ਧੀਆਂ ਦੇ ਪ੍ਰਤੀ ਮਾਵਾਂ ਬਹੁਤ ਸੁਚੇਤ ਹੁੰਦੀਆਂ। ਮਾਵਾਂ ਨੂੰ ਪਤਾ ਹੁੰਦਾ। ਕੀ ਤੁਹਾਨੂੰ ਕਦੇ ਆਪਣੇ ਬੱਚਿਆਂ ਤੇ ਜਿਹੜੀ ਤੁਹਾਨੂੰ ਸ਼ੱਕ ਜਾਂ ਕਿਸੇ ਕਿਸਮ ਦਾ ਤੁਹਾਨੂੰ ਕਲੂ ਮਿਲਿਆ ਹੋਵੇ ਵੀ ਗੁਰਬੀਰ ਸਿੰਘ ਕਿਤੇ ਸਾਡੇ ਆਉਂਦਾ ਜਾਂ ਸਾਡੀਆਂ ਬੱਚੀਆਂ ਦਾ ਨਾਲ ਉਹਨਾਂ ਦੇ ਨਾਲ ਕਿਸੇ ਕਿਸਮ ਦਾ ਕੋਈ ਸੰਬੰਧ ਹੈ? ਤੇ ਬਹੁਤ ਸਾਰੇ ਲੋਕਾਂ ਨੇ ਸਵਾਲ ਖੜ੍ਹੇ ਕੀਤੇ ਆ ਕਿ ਇਸ ਪਰਿਵਾਰ ਵੱਲੋਂ ਪੈਸੇ ਦਾ ਲਾਲਚ ਕੀਤਾ ਜਾਂਦਾ ਸੀ ਤੇ ਕਈ ਵਾਰੀ ਜਿਹੜੀ ਹੈਗੀ ਆ ਉਹਨਾਂ ਨੂੰ ਬਲੈਕਮੇਲ ਕਰਨ ਦੀ ਕੋਸ਼ਿਸ਼ ਵੀ ਕੀਤੀ ਗਈ ਵੀ ਇਹ ਘਟਨਾ ਜਿਹੜੀ ਵਾਪਰੀ ਆ ਉਸੇ ਦਾ ਹੀ ਨਤੀਜਾ। ਤੁਸੀਂ ਕਿਹੜੀ ਸਨ 'ਚ ਜਿਹੜਾ ਮਲੇਸ਼ੀਆ ਗਏ ਸੀ? ਉਹ ਬੰਦੇ ਲਿਖ ਕੇ ਦੇਣ ਵੀ ਇਹ ਕੁੜੀਆਂ ਉਹਨਾਂ ਨੇ ਕਿਤੇ ਬਾਹਰ ਵੇਖੀਆਂ ਜਾਂ ਉਹ ਕੁੜੀਆਂ ਕਿਤੇ ਧੱਕੇ ਖਾਂਦੀਆਂ ਵੇਖੀਆਂ, ਉਹ ਆ ਕੇ ਗਵਾਹੀ ਦੇ ਦੇਣ ਤੇ ਅਸੀਂ ਮੰਨ ਜਾਾਂਗੇ। ਅਗਰ ਪਿੰਡ ਦੇ ਕਿਸੇ ਬੰਦੇ ਨੂੰ ਕੋਈ ਸ਼ੱਕ ਹੈ ਲੜਕੀਆਂ ਦੇ ਪਰਿਵਾਰ ਨੇ ਕਿਸੇ ਤੋਂ ਕੋਈ ਪੈਸਾ ਖਾਧਾ ਹੈ ਤਾਂ ਸਾਹਮਣੇ ਆ ਕੇ ਸਬੂਤ ਪੇਸ਼ ਕਰਨ, ਨਹੀਂ ਤੇ ਤਿਆਰ ਰਹਿਣ ਇਹ ਵੀ ਬੰਦੇ ਕਾਨੂੰਨ ਦਾ ਸਾਹਮਣਾ ਕਰਨ ਵਾਸਤੇ। ਅਸੀਂ ਸਾਪਲਾ ਸਾਹਿਬ ਨੂੰ ਜਿਹੜੇ ਉਹਨਾਂ ਨੂੰ ਵੀ ਇਹ ਸਾਰਾ ਕੁਝ ਦੱਸਿਆ ਹੈਗਾ ਕਿ ਆਹ ਬੰਦੇ ਆ ਜਿਹੜੇ ਪਰਿਵਾਰ ਤੇ ਵੱਖ-ਵੱਖ ਜਿਹੜੇ ਉਹ ਇਲਜ਼ਾਮ ਲਾ ਰਹੇ ਹੈਗੇ ਆ, ਇਹਨਾਂ ਖਿਲਾਫ SC ST ਦੇ ਤਹਿਤ ਪਰਚਾ ਦਰਜ ਹੋਣਾ ਚਾਹੀਦਾ। ਬੇਸ਼ੱਕ ਲੋਕ ਜਿਸ ਤਰ੍ਹਾਂ ਦੀਆਂ ਧਾਰਨਾਵਾਂ ਮਰਜ਼ੀ ਬਣਾਉਣ, ਉਹਦੇ 'ਚ ਮੰਨ ਲਓ ਵੀ ਇੱਕਾ ਦੁੱਕਾ ਸੱਚਾਈ ਵੀ ਹੋਵੇ, ਪਰੰਤੂ ਕਿਸੇ ਔਰਤ ਕਿਸੇ ਮਰਦ ਜਾਣੀ ਕਿ ਕਿਸੇ ਇਨਸਾਨ ਨੂੰ ਗੋਲੀ ਮਾਰਨ ਦੀ ਮਾਨਸਿਕਤਾ ਇੱਕ ਕ੍ਰਿਮੀਨਲ ਦੀ ਹੀ ਹੋ ਸਕਦੀ ਹੈ। ਸਤਿ ਸ਼੍ਰੀ ਅਕਾਲ ਜੀ, ਤੁਸੀਂ ਇਸ ਵੇਲੇ ਦੇਖ ਰਹੇ ਹੋ ਕ੍ਰਾਈਮ ਫਾਈਟਰ ਤੇ ਅਸੀਂ ਪਹੁੰਚੇ ਆਪਣੀ ਟੀਮ ਦੇ ਨਾਲ ਸੇਖਾ ਖੁਰਦ, ਜਿੱਥੇ ਪਿਛਲੇ ਦਿਨੀ ਬਹੁਤ ਮੰਦਭਾਗੀ ਘਟਨਾ ਵਾਪਰੀ। ਇਸ ਪਰਿਵਾਰ ਦੀਆਂ ਦੋ ਨੌਜਵਾਨ ਲੜਕੀਆਂ ਜੋ ਸਟੱਡੀ ਬੇਸ 'ਤੇ ਆਪਣੀ ਲਾਈਫ ਨੂੰ ਆਪਣੇ ਜਿਹੜਾ ਹੈਗਾ ਭਵਿੱਖ ਨੂੰ ਸੁਨਹਿਰੀ ਕਰਨ ਦੀ ਕੋਸ਼ਿਸ਼ ਦੇ ਵਿੱਚ ਜਦੋਜਹਿਦ ਸੀ। ਇਹ ਪਰਿਵਾਰ ਕਾਫੀ ਲੰਬੇ ਟਾਈਮ ਤੋਂ ਗਰੀਬੀ ਦੇ ਨਾਲ ਜੁੜਿਆ ਰਿਹਾ। ਪਰਿਵਾਰ ਦੇ ਵਿੱਚ ਉਹਨਾਂ ਦੇ ਲੜਕੀਆਂ ਦੇ ਪਿਤਾ ਹਰਮੇਲ ਸਿੰਘ ਮਜ਼ਦੂਰੀ ਕਰਦੇ ਸੀ ਤੇ ਉਹਨਾਂ ਦੀ ਮਾਤਾ ਸੁਖਜੀਤ ਕੌਰ ਮਲੇਸ਼ੀਆ ਕਾਫੀ ਟਾਈਮ ਜਿਹੜਾ ਆਪਣੀ ਭਵਿੱਖ ਨੂੰ ਸਥਾਪਿਤ ਕਰਨ ਲਈ, ਬੱਚਿਆਂ ਦੀ ਜ਼ਿੰਦਗੀ ਨੂੰ ਸੁਖੱਲਾ ਕਰਨ ਲਈ ਬਾਹਰ ਵੀ ਜਿਹੜਾ ਹੈਗਾ ਜਾ ਕੇ ਆਈ ਹੈ, ਉੱਥੇ ਵੀ ਕੰਮ ਕਰਦੀ ਤਲਾਸ਼ ਦੇ ਵਿੱਚ ਗਈ। ਪਿਛਲੇ ਦਿਨੀ ਗੁਰਬੀਰ ਸਿੰਘ ਹੋਰਾਂ ਨੇ ਜਿਹੜਾ ਡਕਰੂ ਤੋਂ ਇਹਨਾਂ ਲੜਕੀਆਂ ਨੂੰ ਅਗਵਾ ਕਰਨ ਦੀ ਮਨਸਾ ਦੇ ਨਾਲ ਜਿਹੜਾ ਹੈਗਾ ਆਪਣੀ ਗੱਡੀ ਦੇ ਵਿੱਚ ਬਿਠਾਇਆ ਤੇ ਫਿਰ ਉਸ ਤੋਂ ਬਾਅਦ ਮੋਗਾ ਬਾਘਾ ਪੁਰਾਣਾ ਤੇ ਨਿਹਾਲ ਸਿੰਘ ਵਾਲਾ ਰੋਡ 'ਤੇ ਜਾ ਕੇ ਉਹਨਾਂ ਦੇ ਫਾਇਰ ਮਾਰ ਕੇ ਜਿਹੜਾ ਉਹਨਾਂ ਨੂੰ ਜ਼ਖਮੀ ਰੂਪ ਦੇ ਵਿੱਚ ਸਿੱਟ ਕੇ ਫਰਾਰ ਹੋ ਗਿਆ। ਬੇਸ਼ੱਕ ਪੁਲਿਸ ਪ੍ਰਸ਼ਾਸਨ ਦੀ ਮੁਸਤੈਦੀ ਤਹਿਤ ਉਸ ਨੂੰ ਜਲਦੀ ਗ੍ਰਿਫਤਾਰ ਕਰ ਲਿਆ ਗਿਆ। ਨਾਲ ਉਹਨਾਂ ਦੇ ਨਾਲ ਆਪਣੇ ਪਿਤਾ ਦੇ ਨਾਮ 'ਤੇ ਰਜਿਸਟਰ ਪਿਸਟਲ ਤੇ ਉਸੇ ਗੱਡੀ ਦੇ ਵਿੱਚ ਅਲਟੋ, ਜਿਹਦੇ ਵਿੱਚ ਉਹਨਾਂ ਦੋਨਾਂ ਲੜਕੀਆਂ ਨੂੰ ਲੈ ਕੇ ਗਿਆ ਸੀ। 302 ਤੇ 307 ਤਹਿਤ ਜਿਹੜਾ ਹੈਗਾ ਪਰਚਾ ਦਰਜ ਹੋਇਆ। ਉਹਦੇ ਨਾਲ SC ਤੇ ST ਕਮਿਸ਼ਨ ਦਾ ਵੀ ਜਿਹੜਾ ਹੈਗਾ ਪ੍ਰਭਾਵ ਤਹਿਤ ਉਹਨਾਂ 'ਤੇ ਪਰਚਾ ਕੱਟਣਾ ਪਿਆ। ਨਾਲ ਦੀ ਨਾਲ ਜਿਹੜਾ ਅਸਲਾ ਐਕਟ ਤਹਿਤ 25 ਤੇ 27 ਤੇ ਨਾਲ 30 ਦੀਆਂ ਧਾਰਾਵਾਂ ਵੀ ਲਾਗੂ ਹੋਈਆਂ। ਬੇਸ਼ੱਕ ਜਿਹੜਾ ਪਰਿਵਾਰ ਵੱਲੋਂ ਜਿਹੜਾ ਇਸ ਵੇਲੇ ਪ੍ਰਸ਼ਾਸਨ ਦੀ ਕਾਰਵਾਈ 'ਤੇ ਸੰਤੁਸ਼ਟੀ ਜਤਾਈ ਰਹੀ ਆ, ਪਰੰਤੂ ਪਿੰਡ ਦੇ ਵਿੱਚ ਕੁਝ ਲੋਕਾਂ ਵੱਲੋਂ ਦੂਸਰੇ ਪਰਿਵਾਰ ਦੀ ਧਿਰ 'ਤੇ ਦੂਸਰੀ ਧਿਰ 'ਤੇ ਗੁਰਬੀਰ ਸਿੰਘ ਤੇ ਸਰਪੰਚ ਜਗਦੇਵ ਸਿੰਘ ਹੋਰਾਂ ਦੇ ਪੱਖ ਦੇ ਵਿੱਚ ਰਾਇ ਬਣਾਉਣ ਦੇ ਲਈ ਬਹੁਤ ਸਾਰੀਆਂ ਜਿਹੜੀਆਂ ਮੰਦਭਾਗੀਆਂ ਗੱਲਾਂ ਜਿਹੜੀਆਂ ਕਹੀਆਂ ਜਾ ਰਹੀਆਂ। ਇਸ ਵੇਲੇ ਬੈਠੇ ਹਾਂ ਅਸੀਂ, ਸਾਡੇ ਨਾਲ ਇਸ ਪਰਿਵਾਰ ਦੀ ਸਹਿਯੋਗ ਦੇਣ ਲਈ, ਅਗਵਾਈ ਕਰਨ ਲਈ ਮੰਗਾ ਬੈਰੋਕੇ, ਜੋ ਜਿਹੜਾ ਹੈਗਾ ਦਲਿਤ ਸਮਾਜ ਦੇ ਨਾਲ ਹਮੇਸ਼ਾ ਮੋਢੇ ਨਾਲ ਮੋਢਾ ਜੋੜ ਕੇ ਖੜ੍ਹਦਾ। ਤੇ ਇੱਥੇ ਵਿਜੇ ਪਾਸਲਾ ਜੀ ਜਦੋਂ ਇਸ ਮੰਦਭਾਗੀ ਘਟਨਾ ਦਾ ਜਾਇਜ਼ਾ ਕਰਨ ਵਾਸਤੇ ਤੇ ਪਰਿਵਾਰ ਦੇ ਨਾਲ ਹਮਦਰਦੀ ਕਰਨ ਵਾਸਤੇ ਪਹੁੰਚੇ ਤਾਂ ਜਿਹੜਾ ਮੰਗਾ ਬੈਰੋਕੇ ਵੀ ਇਸ ਵੇਲੇ ਮੌਜੂਦ ਸੀ। ਗੱਲ ਕਰਦੇ ਆ ਅੱਜ ਜਿਹੜੇ ਹੈਗੇ ਆ ਪਰਿਵਾਰ ਦੇ ਹਾਲਾਤ ਕਿਸ ਤਰ੍ਹਾਂ ਦੇ ਮੰਗਾ ਜੀ? ਅੱਜ ਜੇਕਰ ਦੇਖੀਏ, ਜਿਨ੍ਹਾਂ ਦੀਆਂ ਦੋ ਲੜਕੀਆਂ ਜੀ ਇਸ ਹੱਸਦੇ ਪਰਿਵਾਰ ਦੇ ਵਿੱਚੋਂ ਚਲੀਆਂ ਜਾਣ, ਆਪਾਂ ਨੂੰ ਸਾਰਿਆਂ ਨੂੰ ਪਤਾ ਵੀ ਉਸ ਪਰਿਵਾਰ ਦੀ ਹਾਲਤ ਕੀ ਹੋ ਸਕਦੀ ਹੈਗੀ ਆ। ਇਹ ਆਪਣੇ ਸਾਰਿਆਂ ਦੇ ਸਵਾਲ ਦੇ ਘੇਰੇ ਦੇ ਵਿੱਚ ਆਉਣੇ ਆ ਕਿ ਇਸ ਤਰ੍ਹਾਂ ਦੀਆਂ ਘਟਨਾਵਾਂ ਕਿਉਂ ਹੁੰਦੀਆਂ ਤੇ ਪਰਿਵਾਰ ਦੀ ਹਾਲਤ ਕੀ ਹੋ ਸਕਦੀ ਹੈਗੀ। ਕੀ ਜਿਹੜਾ ਹੈਗਾ ਗੁਰਬੀਰ ਸਿੰਘ ਹੋਰਾਂ ਦਾ ਤੇ ਜਿਹੜਾ ਨਾਲ ਆਪਾਂ ਗੱਲ ਕਰੀਏ ਜਗਦੇਵ ਸਿੰਘ ਹੋਰਾਂ ਦਾ, ਪਿੰਡ ਪੱਧਰ 'ਤੇ ਕਿਸ ਤਰ੍ਹਾਂ ਦਾ ਉਹਨਾਂ ਦਾ ਆਪਣਾ ਜਿਹੜਾ ਵਿਵਹਾਰ ਆ? ਗੁਰਬੀਰ ਸਿੰਘ ਹੋਰੀ ਕਿਸ ਤਰ੍ਹਾਂ ਵਿਚਰਦੇ ਆ? ਕਿਉਂਕਿ ਇਸ ਪਿੰਡ ਦੇ ਵਿੱਚ ਉਹ ਆਪਣਾ ਰੁਤਬਾ ਵੀ ਰੱਖਦੇ ਆ ਬਤੌਰ ਸਰਪੰਚ। ਜਿਹੜੀ ਜਦੋਂ ਕਿਸੇ ਪਿੰਡ ਦੇ ਵਿੱਚ ਪਦਵੀ ਮਿਲਦੀ ਆ ਅਤੇ ਉਹਦੀਆਂ ਬਹੁਤ ਸਾਰੀਆਂ ਜ਼ਿੰਮੇਵਾਰੀਆਂ ਵੱਧ ਜਾਂਦੀਆਂ। ਸਭ ਤੋਂ ਪਹਿਲਾਂ ਤਾਂ ਇਹ ਹੈਗਾ ਜੀ ਕਿ ਉਹ ਪਿੰਡ ਦਾ ਸਰਪੰਚ ਹੈ, ਲੱਠਮਾਰ ਹੈ, ਤਾਂ ਇਸ ਪਰਿਵਾਰ ਵੱਲੋਂ ਕਈ ਵਾਰੀ ਪੰਚਾਇਤੀ ਤੌਰ 'ਤੇ ਵੀ ਉਸ ਪਰਿਵਾਰ ਨੂੰ, ਜਗਦੇਵ ਦੇ ਪਰਿਵਾਰ ਨੂੰ ਇਹ ਕਿਹਾ ਗਿਆ ਸੀ ਵੀ ਭਾਈ ਤੁਹਾਡਾ ਲੜਕਾ ਗੁਰਵੀਰ ਹੈ ਜਿਹੜਾ ਸਾਡੀਆਂ ਲੜਕੀਆਂ ਨੂੰ ਜਿਹੜਾ ਤਰ੍ਹਾਂ ਪਰੇਸ਼ਾਨ ਕਰ ਰਿਹਾ ਹੈਗਾ, ਜਿੰਦਾ ਪੰਚਾਇਤੀ ਤੌਰ 'ਤੇ ਔਰ ਭਰੱਪੇ ਤੌਰ 'ਤੇ ਵੀ ਕਿਹਾ ਗਿਆ, ਪਰ ਉਹ ਬਾਜ਼ ਨਹੀਂ ਆਏਗਾ। ਉਹਦੇ ਵਿੱਚ ਇਹ ਸੀ ਕਿ ਸਾਡਾ ਜਿਹੜਾ ਪਿਓ, ਉਹਦਾ ਪਿਓ ਜਗਦੇਵ ਹੈਗਾ ਗੁਰਵੀਰ ਦਾ, ਵੀ ਉਹਨੂੰ ਇਹ ਲੱਗਿਆ ਵੀ ਖਣੀ
ਸਾਡੇ ਪਿੰਡ ਦੇ ਵਿੱਚ ਜ਼ਮੀਨ ਜ਼ਿਆਦਾ ਹੈਗੀ ਹੈ ਜੀ, ਸਰਪੰਚ ਹੈ, ਖਣੀ ਸਾਡੀ ਹਰ ਭੁਗਤ ਵਾਲੀ ਜਿਹੜੀ ਗੱਲ ਹੈਗੀ ਆ ਉਹ ਅਸੀਂ ਕਰਦੇ ਪਗਾਉਣੇ ਆਪਦੀ। ਉਸ ਮਨਸ਼ਾ ਦੇ ਵਿੱਚੋਂ ਔਰਤ ਵਿਰੋਧੀ ਅਤੇ ਦਲਿਤ ਵਿਰੋਧੀ ਮਨਸ਼ਾ ਦੇ ਵਿੱਚੋਂ ਸਾਰਾ ਕੁਛ ਇਹ ਸਾਹਮਣੇ ਆਇਆ ਹੈਗਾ ਕਿ ਪੰਜਾਬ ਦੇ ਵਿੱਚ ਦਲਿਤਾਂ ਦੀ ਹਾਲਤ ਕੀ ਆ। ਪੰਜਾਬ ਦੇ ਵਿੱਚ ਦਲਿਤਾਂ ਦੀ ਮੰਦਭਾਗੀ ਹਾਲਤ 'ਤੇ ਤੁਸੀਂ ਜਿਹੜਾ ਸਵਾਲ ਖੜਾ ਕੀਤਾ, ਅਤੇ ਜਦੋਂ ਜਿਹੜਾ ਡਕਰੂ ਤੋਂ ਜਿਹੜਾ ਲੈ ਕੇ ਉਹਨਾਂ ਔਰਤਾਂ ਨੂੰ, ਜਿਹਨਾਂ ਉਹਨਾਂ ਲੜਕੀਆਂ ਨੂੰ, ਨੌਜਵਾਨ ਲੜਕੀਆਂ ਨੂੰ ਜੋ ਗੁਰਬੀਰ ਗਿਆ, ਅਤੇ ਤੁਹਾਨੂੰ ਕਿਵੇਂ ਪਤਾ ਲੱਗਿਆ ਵੀ ਜਿਹੜਾ ਉਸ ਗੁਰਬੀਰ ਹੋਰਾਂ ਨੇ ਧੱਕੇ ਦੇ ਨਾਲ ਗੱਡੀ ਦੇ ਵਿੱਚ ਬਿਠਾ ਲਿਆ ਅਤੇ ਇਸ ਵੇਲੇ ਮਾਣੂਕਿਆ ਜਾ ਕੇ ਉਹਨੇ ਇਸ ਘਟਨਾ ਨੂੰ ਅੰਜਾਮ ਦਿੱਤਾ? ਜਦੋਂ ਉਹਨਾਂ ਨੂੰ ਬਿਠਾਇਆ, ਸਾਡੀ ਆਂਟੀ, ਸਾਡੀ ਮਾਤਾ ਜੀ ਸੁਖਜੀਤ ਕੌਰ ਨੂੰ ਪਹਿਲਾਂ ਇਹਨਾਂ ਨੇ ਫੋਨ ਕੀਤਾ ਸੀਗਾ ਕਿ ਇਸ ਤਰ੍ਹਾਂ ਕਰਕੇ ਕਿੱਥੇ ਤੁਹਾਡਾ ਪੇਪਰ ਹੋਇਆ ਕਿ ਨਹੀਂ। ਉਹ ਕਹਿੰਦੇ ਵੀ ਅਸੀਂ ਕਾਲਜ ਪਹੁੰਚ ਗਏ ਹੈਗੇ ਹਾਂ। ਉਸ ਤੋਂ ਬਾਅਦ ਜਿਹੜਾ ਉੱਧਰੋਂ ਲੜਕੀ ਨੂੰ ਵੱਲੋਂ ਫੋਨ ਆਉਂਦਾ ਵੀ ਮਾਤਾ ਸਾਨੂੰ ਇਸ ਤਰ੍ਹਾਂ ਕਰਕੇ ਗੱਡੀ ਦੇ ਵਿੱਚ ਬਿਠਾ ਲਿਆ ਗਿਆ ਹੈਗਾ। ਉਸ ਤੋਂ ਬਾਅਦ ਜਦੋਂ ਮਾਣੂਕੇ ਕਤਲ ਹੋ ਜਾਂਦਾ, ਉਦੋਂ ਇਸ ਆਂਟੀ ਨੂੰ, ਸਾਡੀ ਮਾਤਾ ਨੂੰ ਫੋਨ ਆਉਂਦਾ ਵੀ ਇਸ ਤਰ੍ਹਾਂ ਕਰਕੇ ਇੱਥੇ ਐਕਸੀਡੈਂਟ ਹੋ ਗਿਆ ਤਾਂ ਤੁਸੀਂ ਇੱਥੇ ਜਲਦੀ ਤੋਂ ਜਲਦੀ ਪਹੁੰਚੋ। ਅਸੀਂ ਇੱਥੋਂ, ਸਾਡੀ ਮਾਤਾ ਜੀ ਨੇ, ਸਾਡੀ ਆਂਟੀ ਨੇ, ਇੱਥੇ 2 ਜਾਣੇ ਜਿਹੜੇ ਆਪਦੇ ਭਤੀਜੇ ਆ, ਉਹ ਪਿੱਛਾ ਕੀਤਾ ਉਹਨਾਂ ਦਾ, ਔਰ ਦੇਖਿਆ ਕਿ ਉੱਥੇ ਲਗਭਗ ਜਿਹੜਾ ਗੋਲੀਆਂ ਦੀਆਂ ਆਵਾਜ਼ਾਂ ਉਹਨਾਂ ਨੇ ਸੁਣੀਆਂ। ਤਾਂ ਜਦੋਂ ਇਹਨਾਂ ਨੇ ਗੱਡੀ ਦਾ ਪਿੱਛਾ ਕੀਤਾ, ਉਦੋਂ ਨੂੰ ਗੱਡੀ ਤੇਜ਼ ਰਫ਼ਤਾਰ ਦੇ ਵਿੱਚ ਸੀਗੀ ਅਤੇ ਗੱਡੀ ਚਲੀ ਗਈ, ਭਜਾ ਕੇ ਲੈ ਗਿਆ ਉਹ। ਉਸ ਤੋਂ ਬਾਅਦ ਜਿਹੜੀ ਇਹ ਜਦੋਂ ਦੁਬਾਰਾ ਲੜਕੀਆਂ ਕੋਲ ਆਏ, ਲੜਕੀਆਂ ਨੂੰ ਐਂਬੂਲੈਂਸ ਦੇ ਵਿੱਚ ਲਿਜਾ ਕੇ ਨਿਹਾਲ ਸਿੰਘ ਵਾਲੇ ਦਾਖਲ ਕਰਾਇਆ। ਜਦੋਂ ਇਹ ਨਿਹਾਲ ਸਿੰਘ ਵਾਲੇ ਗਏ, ਉਸ ਤੋਂ ਬਾਅਦ ਆ ਜਿਹੜਾ ਉਹ ਲੜਕੀਆਂ ਨੂੰ ਫਰੀਦਕੋਟ ਰੈਫਰ ਕਰ ਦਿੱਤਾ ਗਿਆ ਸੀ। ਛੋਟੀ ਕੁੜੀ ਨੇ ਇੱਥੇ ਹੀ ਦਮ ਤੋੜਤਾ ਹੀ ਨਿਹਾਲ ਸਿੰਘ ਵਾਲੀ, ਵੱਡੀ ਕੁੜੀ ਨੇ ਜਿਹੜਾ ਫਰੀਦਕੋਟ ਜਾ ਕੇ ਦਮ ਤੋੜਿਆ। ਜਿਹੜਾ ਇਸ ਵੇਲੇ ਮੀਡੀਆ ਦੇ ਵਿੱਚ ਕਾਫੀ ਚਰਚਾ ਦੇ ਵਿੱਚ ਆ, ਅਸੀਂ ਕਿਸੇ ਨਿੱਜੀ ਚੈਨਲ ਦਾ ਜਦੋਂ ਜ਼ਿਕਰ ਕਰਦੇ ਹਾਂ ਤਾਂ ਪਿੰਡ ਦੇ ਵਿੱਚ ਆ ਕੇ ਇੱਕ ਰਾਇ ਜਿਹੜੀ ਹੈਗੀ ਹੈ ਸਥਾਪਿਤ ਕੀਤੀ ਗਈ ਹੈ ਕਿ ਮੁੰਡਾ ਗੁਰਬੀਰ ਸਿੰਘ ਆ ਉਹ ਬੜਾ ਸ਼ਰੀਫ ਅਤੇ ਹੋਣਹਾਰ ਸੀ, ਅਤੇ ਬਹੁਤ ਸਾਰੇ ਲੋਕਾਂ ਨੇ ਸਵਾਲ ਖੜ੍ਹੇ ਕੀਤੇ ਆ ਕਿ ਇਸ ਪਰਿਵਾਰ ਵੱਲੋਂ, ਉਸ ਪਰਿਵਾਰ ਵੱਲੋਂ, ਯਾਨੀ ਕਿ ਗੁਰਬੀਰ ਸਿੰਘ ਅਤੇ ਜਗਦੇਵ ਸਿੰਘ ਹੋਰਾਂ ਵੱਲੋਂ ਪੈਸੇ ਦਾ ਲਾਲਚ ਕੀਤਾ ਜਾਂਦਾ ਸੀ, ਅਤੇ ਕਈ ਵਾਰੀ ਜਿਹੜੀ ਹੈਗੀ ਆ ਉਹਨਾਂ ਨੂੰ ਬਲੈਕਮੇਲ ਕਰਨ ਦੀ ਕੋਸ਼ਿਸ਼ ਵੀ ਕੀਤੀ ਗਈ। ਵੀ ਇਹ ਘਟਨਾ ਜਿਹੜੀ ਵਾਪਰੀ ਆ ਉਸੇ ਦਾ ਹੀ ਨਤੀਜਾ, ਇਹਨੂੰ ਤੁਸੀਂ ਕਿਵੇਂ ਦੇਖਦੇ ਹੋ? ਦੇਖੋ ਜੀ, ਜਿਹੜਾ ਕਹਿ ਰਿਹਾ ਕਿ ਮੁੰਡਾ ਤਾਂ ਬਹੁਤ ਵਧੀਆ ਸੀ, ਇਹਦੇ ਤੋਂ ਆਪਾਂ ਲਾ ਸਕਦੇ ਹਾਂ ਵੀ ਜਿਹੜਾ ਬੰਦਾ 2 ਲੜਕੀਆਂ ਨੂੰ ਜਿਹੜਾ ਗੋਲੀ ਮਾਰ ਸਕਦਾ, ਇਸ ਕਰਕੇ ਇਹ ਸਾਰਾ ਜਿਹੜਾ ਇਹ ਦਲਿਤ ਵਿਰੋਧੀ ਆ। ਇਹ ਜਿੰਨੀਆਂ ਵੀ ਰੰਗ ਬਰੰਗੀਆਂ ਪਾਰਟੀਆਂ ਸਾਰੀਆਂ ਜਿਹੜੀਆਂ, ਜਿਨ੍ਹਾਂ ਦੇ ਚੌਧਰੀ ਹੈਗੇ ਆ, ਜਿਹੜੇ ਤਕੜੇ ਜੱਟ ਹੈ, ਜਿਨ੍ਹਾਂ ਨੂੰ ਆਪਾਂ ਜੱਟ ਕਿਸਮ ਕਹਿੰਦੇ, ਕਿਸਾਨ ਆ ਜਿਹੜੇ, ਕਿਸਾਨ ਤਾਂ ਦਿੱਲੀ ਦੀਆਂ ਬਰੂਹਾਂ 'ਤੇ ਬੈਠੇ ਹੈਗੇ ਆ, ਜਿਹੜੇ ਜੱਟ ਕਿਸਮ ਦੀ ਮਾਨਸਿਕਤਾ ਰੱਖਣ ਵਾਲੇ ਲੋਕ ਹੈਗੇ ਆ, ਉਹ ਲਗਾਤਾਰ ਆ ਜਿਹੜਾ ਇਸ ਤਰ੍ਹਾਂ ਦਾ ਪ੍ਰਚਾਰ ਕਰਦੇ ਆ, ਜਿਹੜਾ ਕਿ ਗਲਤ ਹੈ। ਇਸ ਟਾਈਮ ਪਰਿਵਾਰ ਦੀ ਹਾਲਤ ਆ ਜਿਹੜੀ ਉਹ ਦੇਖਣ ਯੋਗ ਨਹੀਂ ਹੈਗੀ। ਪਰਿਵਾਰ ਦੇ ਨਾਲ ਖੜ੍ਹਨ ਦੀ ਬਜਾਏ ਉਹਨਾਂ ਨੂੰ ਇਸ ਤਰ੍ਹਾਂ ਦੀਆਂ ਬਚਕਾਨਾ ਹਰਕਤਾਂ ਤੋਂ ਬਾਜ਼ ਆਉਣਾ ਚਾਹੀਦਾ। ਦੋਸਤੋ, ਅਸੀਂ ਜਿਹੜਾ ਹੈਗਾ ਅੱਜ ਉਹ ਘਰ ਵੀ ਦਿਖਾਵਾਂਗੇ ਜਿਹਦੇ ਵਿੱਚ ਮੀਡੀਆ ਦੇ ਪ੍ਰਚਾਰ ਦੇ ਤਹਿਤ ਲੋਕਾਂ ਨੇ ਧਾਰਨਾਵਾਂ ਬਣਾ ਲਈਆਂ ਕਿ ਬਹੁਤ ਵੱਡੀ ਕੋਠੀ ਪਾਈ ਆ ਅਤੇ ਉਸ ਪਰਿਵਾਰ ਦੇ ਕੋਲ ਚੰਗਾ ਜਿਹੜਾ ਹੈਗਾ ਪੈਸਾ ਅਤੇ ਰੁਤਬਾ, ਅਤੇ ਇਹ ਜਿਹੜਾ ਹੈਗਾ ਕੁੜੀਆਂ ਨੂੰ ਗਲਤ ਸਾਬਤ ਕਰਨ ਦੀ ਕੋਸ਼ਿਸ਼ ਵੀ ਕੀਤੀ ਜਾ ਰਹੀ ਹੈ। ਇਹਦੇ ਪਿੱਛੇ ਕੀ ਕਾਰਨ, ਕੀ ਮਨਸਾ ਹੋ ਸਕਦੀ ਆ ਉਹਨਾਂ ਲੋਕਾਂ ਦੀ ਮੀਡੀਆ ਨਾਲ ਗੱਲ ਕਰਨ ਦੀ ਜਾਂ ਮੀਡੀਆ ਦੇ ਵਿੱਚ ਉਹਨੂੰ ਪੇਸ਼ ਕਰਨ ਦੀ? ਜਿਹੜਾ ਹੈਗਾ ਅੱਜ ਜਿਹੜਾ ਚੇਅਰਮੈਨ SC/ST ਕਮਿਸ਼ਨ ਦੇ ਵਿਜੇ ਸਾਂਪਲਾ ਜੀ ਇੱਥੇ ਪਹੁੰਚੇ, ਤਾਂ ਕੀ ਉਹਨਾਂ ਤੋਂ ਤੁਸੀਂ ਮੰਗ ਕੀਤੀ ਜਾਂ ਕਿਸ ਤਰ੍ਹਾਂ ਦਾ ਉਹ ਪਰਿਵਾਰ ਨੂੰ ਸਹਿਯੋਗ ਦੇ ਕੇ ਇੱਥੋਂ ਗਏ ਅੱਜ? ਸਭ ਤੋਂ ਪਹਿਲਾਂ ਤਾਂ ਅਸੀਂ, ਜਿਹੜੀ ਸਾਡੀ ਮੰਗ ਸੀਗੀ ਜੀ, ਕਿ ਜਿਹੜੇ ਬੰਦੇ ਨੇ ਗੋਲੀਆਂ ਮਾਰ ਕੇ ਲੜਕੀ ਨੂੰ ਮਾਰਿਆ, ਉਹ 2 ਧੀਆਂ ਦਾ ਕਾਤਲ ਹੈ, ਉਹਨੂੰ ਫਾਂਸੀ ਦੀ ਸਜ਼ਾ ਹੋਣੀ ਚਾਹੀਦੀ ਹੈ। ਦੂਸਰੀ ਸਾਡੀ ਮੰਗ ਸੀਗੀ ਕਿ ਸਾਡੇ 2 ਪਰਿਵਾਰ ਦੇ ਮੈਂਬਰਾਂ ਨੂੰ, ਜਿਹੜੇ ਸਾਡੀ ਮਾਤਾ ਜੀ ਅਤੇ ਸਾਡੀ ਭੈਣ ਹੈ ਜਿਹੜੀ, ਉਹਨੂੰ ਸਰਕਾਰੀ ਨੌਕਰੀ ਮਿਲਣੀ ਚਾਹੀਦੀ ਹੈ। ਤੀਸਰਾ ਇਹ ਸੀ ਕਿ ਇਸ ਘਰ ਦੀ ਜਿਹੜੀ ਹਾਲਤ ਹੈ ਬਹੁਤ ਜ਼ਿਆਦਾ ਪਤਲੀ ਆ, ਬਹੁਤ ਜ਼ਿਆਦਾ ਮਾੜੀ ਆ, ਇਹਨਾਂ ਨੂੰ 50 ਲੱਖ ਰੁਪਏ ਦਾ ਮੁਆਵਜ਼ਾ ਦੇਣਾ ਚਾਹੀਦਾ। ਇਹ 2-3 ਮੰਗਾਂ ਸੀਗੀਆਂ। ਔਰ ਚੌਥੀ ਮੰਗ ਆ ਜਿਹੜੀ ਸਾਡੀ, ਜਿਹੜੇ ਇੱਥੇ ਸੋਸ਼ਲ ਮੀਡੀਆ 'ਤੇ ਜਾਂ ਡੇਲੀ ਪੋਸਟ ਵਾਲੇ ਜਿਹੜੇ ਇੱਥੇ ਲੜਕੀ ਕਰ ਰਹੀ ਸੀਗੀ, ਲਾਈਵ ਕਰ ਰਹੀ ਸੀਗੀ, ਜਿਹੜੇ ਬੰਦਿਆਂ ਨੇ ਇਸ ਸਾਡੇ ਪਰਿਵਾਰ ਦੇ ਖਿਲਾਫ ਭੱਦੀ ਸ਼ਬਦਾਵਲੀ ਲੜਕੀਆਂ ਨੂੰ ਬੋਲਿਆ, ਅਸੀਂ ਇਹ ਮੰਗ ਕੀਤੀ ਕਿ ਉਹਨਾਂ ਬੰਦਿਆਂ ਦੇ ਖਿਲਾਫ SC/ST ਤਹਿਤ ਪਰਚਾ ਦਰਜ ਕਰਕੇ ਤੁਰੰਤ ਉਹਨਾਂ ਨੂੰ ਜੇਲ੍ਹ ਭੇਜਣਾ ਚਾਹੀਦਾ। ਮਗਰ ਜੀ, ਸਮਾਜਿਕ ਜਿਹੜੀਆਂ ਹੈਗਾ ਵਰਤਾਰੇ ਤਹਿਤ ਜਦੋਂ ਦਲਿਤ ਸਮਾਜ ਦੀ ਗੱਲ ਕਰਦੇ ਆ, ਬਹੁਤ ਸਾਰੀਆਂ ਘਟਨਾਵਾਂ ਸਾਹਮਣੇ ਆਉਂਦੀਆਂ। ਬੇਸ਼ੱਕ ਇਸ ਵੇਲੇ ਅਸੀਂ ਦੁੱਖ 'ਚ ਬੈਠੇ ਹਾਂ, ਜਾਂ 2 ਨੌਜਵਾਨ ਜਿਹੜੀਆਂ ਕੁੜੀਆਂ ਦੀ ਮੌਤ ਹੋਈ ਆ, ਇਹਦੇ ਨਾਲ ਜਿਹੜੀ ਆ ਸਾਡੀ ਹਮਦਰਦੀ ਵੀ ਬਣਦੀ ਆ, ਨਾਲ ਦੀ ਨਾਲ ਇਸ ਸਥਿਤੀ ਨੂੰ ਭਾਪਣ ਅਤੇ ਜਾਂਚ ਦਾ ਵੀ ਵਿਸ਼ਾ।
ਤੁਸੀਂ ਦਲਿਤ ਸਮਾਜ ਨੂੰ ਕੀ ਜਿਹੜਾ ਹੈਗਾ ਸੰਦੇਸ਼ ਦਿਓਗੇ ਇਸ ਵੇਲੇ, ਕੀ ਕਹਿਣਾ ਚਾਹੋਗੇ, ਕੀ ਅਪੀਲ ਕਰੋਗੇ ਕਿ ਇਸ ਤਰ੍ਹਾਂ ਦੀਆਂ ਘਟਨਾਵਾਂ ਨਾ ਹੋਣ? ਉਹਨਾਂ ਨੂੰ ਕਿਸ ਤਰ੍ਹਾਂ ਦੇ ਜਿਹੜੇ ਹੈਗੇ ਆ ਇਸ ਤਰ੍ਹਾਂ ਦੇ ਜਿਹੜੇ ਮਾਨਸਿਕ ਵਾਲੇ ਲੋਕਾਂ ਤੋਂ ਕਿਵੇਂ ਬਚਣਾ ਚਾਹੀਦਾ, ਉਹਨਾਂ ਤੋਂ ਦੂਰ ਕਿਵੇਂ ਰਹਿਣਾ ਚਾਹੀਦਾ, ਕਿਵੇਂ ਸਮਾਜ ਜਿਹੜਾ ਹੈਗਾ ਇਹਨਾਂ ਘਟਨਾਵਾਂ ਤੋਂ ਪਾਸੇ ਹੋ ਸਕਦਾ? ਸਭ ਤੋਂ ਪਹਿਲਾਂ ਤਾਂ ਇਹ ਜਿਹੜਾ ਸਾਰਾ ਵਰਤਾਰਾ ਇਹ ਲੜਕੀਆਂ ਨਾਲ, ਸਾਡੀਆਂ ਭੈਣਾਂ ਨਾਲ ਵਰਤਿਆ ਹੈਗਾ, ਠੀਕ ਹੈ। ਮੈਂ ਇੱਕ ਸਾਡੀਆਂ ਨੌਜਵਾਨ ਲੜਕੀਆਂ ਨੂੰ ਇਹੀ ਸੰਦੇਸ਼ ਦੇਣਾ ਚਾਹੁੰਦਾ ਕਿ ਆਓ ਇਸ ਤਰ੍ਹਾਂ ਦੇ ਗੰਧਲੇ ਸਮਾਜ ਦੇ ਵਿੱਚ ਆਪਾਂ ਸੰਗਠਿਤ ਹੋ ਕੇ, ਸਿੱਖਿਅਤ ਹੋ ਕੇ ਇਸ ਤਰ੍ਹਾਂ ਦੇ ਸਮਾਜ ਨੂੰ ਬਦਲਣ ਦੀ ਕੋਸ਼ਿਸ਼ ਕਰੀਏ, ਤਾਂ ਕਿ ਦੁਬਾਰਾ ਸਾਡੀਆਂ ਇਸ ਤਰ੍ਹਾਂ ਦੀਆਂ ਧੀਆਂ, ਇਸ ਤਰ੍ਹਾਂ ਦੀਆਂ ਭੈਣਾਂ ਸਾਡੀਆਂ ਦੁਬਾਰਾ ਜਾਨ ਨਾ ਦੇਣੀ ਪਵੇ। ਆਓ ਆਪਾਂ ਵੱਡੇ ਵਿਸ਼ਾਲ ਏਕੇ ਦੇ ਵਿੱਚ ਜਿਹੜਾ ਸੰਗਠਿਤ ਹੋ ਕੇ ਇਸ ਤਰ੍ਹਾਂ ਦੇ ਲੋਕਾਂ ਨੂੰ ਨੱਥ ਪਾਉਣ ਦੀ ਆਪਾਂ ਕੋਸ਼ਿਸ਼ ਕਰੀਏ, ਤਾਂ ਕਿ ਅਗਲੀ ਘਟਨਾ ਕੋਈ ਹੋਰ ਨਾ ਹੋਵੇ, ਅਗਲੀ ਕੀ ਹੋਰ ਧੀ ਨਾ ਹੋਵੇ ਕਿ ਇਸ ਤਰ੍ਹਾਂ ਦੀ ਘਟਨਾ ਦਾ ਸ਼ਿਕਾਰ ਹੋਵੇ। ਸਭ ਤੋਂ ਪਹਿਲਾਂ ਸਾਨੂੰ ਸੰਗਠਿਤ ਹੋਣ ਦੀ ਲੋੜ ਹੈਗੀ ਆ। ਹਰਮੇਲ ਸਿੰਘ ਜੀ, ਤੁਸੀਂ ਜਿਹੜਾ ਜਦੋਂ ਇਹ ਪਿੰਡ ਦੇ ਵਿੱਚ ਵਿਚਰਦੇ ਸੀਗੇ, ਤੁਸੀਂ ਆਪਣੇ ਤੌਰ 'ਤੇ ਵਾਈਫ ਤੁਹਾਡੀ ਜਿਹੜੀ ਆ ਮਲੇਸ਼ੀਆ ਗਈ ਹੋਈ ਸੀਗੀ, ਉਸ ਤਰ੍ਹਾਂ ਘਰ ਦਾ ਗੁਜ਼ਾਰਾ ਤੇ ਤੁਸੀਂ ਕਿਸ ਤਰ੍ਹਾਂ ਸੰਭਾਲਦੇ ਸੀਗੇ ਪਰਿਵਾਰ ਨੂੰ? ਦੇਖੋ ਜੀ, ਪਰਿਵਾਰ ਦੇ ਵਿੱਚ ਮੰਨ ਲਓ ਜੀਵਨ ਸਾਥੀ ਹੁੰਦਾ ਹੈ, ਜੋ ਆਪਣੇ ਬੱਚੇ ਹੋਤੇ ਹੈ, ਵਾइफ होती है, ਹੁੰਦੀ ਹੈ, ਜੀਵਨ ਸਾਥੀ ਹੁੰਦੀ ਹੈ। ਉਹ ਅਗਰ ਉਹ ਨੌਕਰੀ ਲਈ ਤਲਾਸ਼ ਬਾਹਰਲੇ ਮੁਲਕ ਚਲੇ ਗਏ ਤਾਂ ਬਾਕੀ ਮੈਂ ਆਪਦੇ ਘਰ ਦੀ ਸਥਿਤੀ ਸੰਭਾਲਦੇ ਸੀ। ਅਸੀਂ ਜੋ ਘਰ ਦਾ ਖਰਚਾ ਬਣਦਾ ਉਹ ਦਿੰਦੇ ਸੀ। ਤੇ ਕੀ ਜਿਹੜਾ ਹੈਗਾ ਘਰ ਦਾ ਗੁਜ਼ਾਰਾ ਕਰਨ ਲਈ ਤੁਸੀਂ ਕੀ ਕੰਮ ਕਰਦੇ ਸੀ? ਆਪਣਾ ਕੰਮ ਕਰਦੇ ਸੀ, ਟਾਇਰਾਂ ਦੀ ਰਿਪੇਅਰਿੰਗ ਦਾ ਕੰਮ ਕਰਦੇ ਸੀ, ਕੋਟਕਪੂਰੇ ਗ੍ਰੀਨ ਸਟਾਰ ਢਾਬਾ। ਬੱਚੀਆਂ ਦਾ ਪੜ੍ਹਾਈ ਦਾ ਜਿਹੜਾ ਖਰਚਾ ਸੀਗਾ ਉਹ ਤੁਸੀਂ ਸੰਭਾਲਦੇ ਸੀ, ਜਾਂ ਜਿਹੜਾ ਹੈਗਾ ਵਾਈਫ ਵੱਲੋਂ ਜਿਹੜਾ ਭੇਜਿਆ ਜਾਂਦਾ ਸੀ ਉਧਰ ਮਜ਼ਦੂਰੀ ਕਰਕੇ ਉਹਦੇ ਤਹਿਤ ਚੱਲਦਾ ਸੀ? ਵਾइफ ਵੱਲੋਂ ਵੀ ਕੋਈ ਸਹਾਇਤਾ ਮਿਲਦੀ ਸੀ ਸਾਨੂੰ, ਕੁਛ ਅਸੀਂ ਕਰਦੇ ਸੀ, ਕੁਛ ਵਾइफ ਵੱਲੋਂ ਆਉਂਦੇ ਸੀ ਪੈਸੇ। ਹਾਂਜੀ। ਸੁਖਜੀਤ ਕੌਰ ਨੇ ਸਾਡੇ ਨਾਲ, ਜਿਨ੍ਹਾਂ ਦੀਆਂ 2 ਨੌਜਵਾਨ ਧੀਆਂ, ਜਿਨ੍ਹਾਂ ਨੂੰ ਪਾਲਣ ਵਾਸਤੇ ਉਹਨਾਂ ਨੂੰ ਵਿਦੇਸ਼ਾਂ ਦੀ ਧਰਤੀ 'ਤੇ ਵੀ ਰੁਜ਼ਗਾਰ ਲਈ ਜਾਣਾ ਪਿਆ। ਜੇ ਮੰਨ ਲਈਏ ਤਾਂ ਜਿਹੜਾ ਹੈਗਾ ਬੜੀ ਸਟਰਗਲ ਕਰਨੀ ਪਈ। ਬੱਚੀਆਂ ਜਿਹੜੀਆਂ ਪੋਸਟ ਗ੍ਰੈਜੂਏਸ਼ਨ ਕਰਦੀਆਂ ਸੀ, ਨਾਲ ਦੀ ਨਾਲ ਉਹਨਾਂ ਦੇ ਆਪਣੇ ਵਰਤਾਰੇ ਤਹਿਤ ਇਸ ਪਰਿਵਾਰ ਨੂੰ ਸੰਭਾਲਿਆ ਜਾਂਦਾ ਸੀਗਾ। ਪਿਤਾ ਜੀ ਉਹਨਾਂ ਦੇ ਪੈਂਚਰਾਂ ਦਾ ਕੰਮ ਕਰਦੇ ਸੀ ਕੋਟਕਪੂਰੇ, ਤੇ ਉਸ ਤੋਂ ਬਾਅਦ 2 ਬੱਚੇ ਹੋਰ ਛੋਟੇ ਸੀ, ਜਿਹੜੇ ਇਸ ਵੇਲੇ ਬੇਟਾ 10ਵੀਂ ਕਲਾਸ 'ਚ ਪੜ੍ਹਦਾ ਅਤੇ +2 ਦੇ ਵਿੱਚ ਉਹਨਾਂ ਦੀ ਬੇਟੀ ਜਿਹੜੀ ਹੈਗੀ ਆ ਪੜ੍ਹ ਰਹੀ ਹੈ। ਸੁਖਜੀਤ ਕੌਰ ਦੀ ਮਾਨਸਿਕ ਸਥਿਤੀ ਜਿਹੜੀ ਹੈਗੀ ਆ ਬੜੀ ਸਥਿਰ ਰੂਪ ਦੇ ਵਿੱਚ ਆ, ਆਪਣੇ ਮੀਡੀਆ ਦੇ ਨਾਲ ਹਰ ਇੱਕ ਨੂੰ ਸਹਿਜ ਰੂਪ ਦੇ ਨਾਲ ਜਿਹੜਾ ਜਵਾਬ ਦਿੰਦੇ ਆ, ਅਤੇ ਬੱਚਿਆਂ ਦੀ ਤਰੱਕੀ ਦੇ ਲਈ, ਬੱਚਿਆਂ ਦੇ ਭਵਿੱਖ ਲਈ ਉਹਨਾਂ ਨੇ ਸਟਰਗਲ ਵੀ ਬਹੁਤ ਕੀਤੀ ਆ। ਸੁਖਜੀਤ ਜੀ, ਕਿਹੜੀ ਕਲਾਸ 'ਚ ਬੱਚੀਆਂ ਪੜ੍ਹਦੀਆਂ ਸੀ? ਵੱਡੀ ਬੇਟੀ BCA ਕਰਦੀ ਸੀ, ਛੋਟੀ ਬੇਟੀ ਨੇ +2 ਕੀਤੀ ਸੀ। ਅਜੇ ਫਿਲਹਾਲ ਮੀਨਜ਼ ਘਰੇ ਹੀ ਹੋਈ ਸੀਗੀ, ਵੀ ਹਜੇ ਲਾਉਣ ਦੀ ਗਾਂ ਕੋਸ਼ਿਸ਼ ਕਰਦੇ ਸੀ ਵੀ ਕੀ ਕਰਵਾਈਏ ਉਹਨੂੰ, ਜਾਂ ਹਜੇ ਉਹਦੇ ਘਰ ਇੰਨੀ ਪੂੰਜੀ ਹੈ ਨਹੀਂ ਸੀ ਵੀ ਅੱਗੇ ਉਹਨੂੰ ਕੋਈ ਐਡਮਿਸ਼ਨ ਕਰਵਾਈ ਜਾਂ ਕੁਛ ਕਰਵਾਏ। 1 ਮਹੀਨਾ ਲਗਾਈ ਸੀ ਉਹਨੇ, ਫਿਰ ਮੁੜ ਕੇ ਦਿੱਕਤ ਆ ਗਈ, ਫਿਰ ਹਟਾ ਲਈ ਸਰ। ਜਾਣੀ ਕਿ ਤੁਹਾਨੂੰ ਜਿਹੜਾ ਹੈਗਾ ਬੱਚਿਆਂ ਨੂੰ ਆਰਥਿਕ ਤੰਗੀ ਕਰਕੇ ਪੜ੍ਹਾਈ ਤੋਂ ਉਠਾਉਣਾ ਵੀ ਪਿਆ? ਹਾਂਜੀ ਸਰ, ਹਟਾ ਲਈ, ਮੁੜ ਕੇ ਘਰ ਹੀ ਸੀ ਬੱਚੇ ਆ ਮੇਰੀ। ਉਹ ਤਾਂ ਉਹਦੇ ਨਾਲ ਵੈਸੇ ਪੇਪਰ ਦੇਣ ਗਈ, ਮੰਮੀ ਮੈਂ ਇਕੱਲੀ ਜਾਂਦੀ ਹਾਂ, ਵੀ ਉਹਨੂੰ ਨਾਲ ਲੈ ਗਏ ਸੀ। ਇੱਕ ਬੇਟੀ ਦੋਸਤੋ ਜਿਹੜੀ ਹੈਗੀ ਆ ਆਪਣਾ ਸਟੱਡੀ ਕਰਦੀ ਸੀ, ਇੱਕ ਬੇਟੀ ਜਿਹੜੀ ਹੈਗੀ ਆ ਡਰੋਪ ਕਰਕੇ ਪੜ੍ਹਾਈ ਘਰੇ ਸੀ, ਅਤੇ ਉਸ ਦਿਨ ਜਿਸ ਦਿਨ ਇਹ ਘਟਨਾ ਵਾਪਰਦੀ ਆ, ਉਹਨਾਂ ਦੀ ਮੌਤ ਦਾ ਕਾਰਨ ਬਣਦਾ, ਤਾਂ ਉਸ ਦਿਨ ਉਹ ਜਿਹੜੀ ਹੈਗੀ ਆ ਬੇਟੀ ਡਗਰੂ ਪੇਪਰ ਦੇਣ ਵਾਸਤੇ ਉਹਨਾਂ ਦੇ ਸਾਥ ਲਈ ਜਿਹੜੇ ਨਾਲ ਗਈ ਸੀ। ਤੁਸੀਂ ਕਿਹੜੀ ਸਨ 'ਚ ਜਿਹੜਾ ਮਲੇਸ਼ੀਆ ਗਏ ਸੀ? ਸਰ 16-17 ਚ ਹੋਏ ਸਰ। 16-17 'ਚ ਕਿੰਨਾ ਟਾਈਮ ਤੁਸੀਂ ਉੱਥੇ ਕੰਮ 2 ਕੀਤਾ? ਸਾਲ ਕੀ ਸਰ, 2 ਸਾਲ ਪੂਰੇ ਨਹੀਂ ਕੀਤੇ, ਪੌਣੇ 2 ਸਾਲ 3 ਮਹੀਨੇ ਪਹਿਲਾਂ ਹੀ ਆ ਗਏ ਸੀ ਅਸੀਂ। ਹਾਂਜੀ, ਵਰਕ ਪਰਮਿਟ 'ਤੇ ਗਏ ਸੀ, ਕੰਮ ਲਈ ਕੰਪਨੀ ਦੇ ਥਰੂ ਗਏ ਸੀ। ਅੱਛਾ, ਉਸ ਤੋਂ ਬਾਅਦ ਫਿਰ ਕੀ ਸਥਿਤੀ ਘਰ ਦੀ ਕਿਵੇਂ ਸੀ? ਆਰਥਿਕ ਤੌਰ 'ਤੇ ਤੁਸੀਂ ਮਜ਼ਬੂਤ ਹੋਏ ਕਿ ਉਹੀ ਹਾਲਾਤ ਰਹੇ? ਨਹੀਂ ਸਰ, ਮੈਂ ਦਿਨ ਰਾਤ ਵਧੀਆ ਮਿਹਨਤ ਕੀਤੀ ਹੈ, 18 ਘੰਟੇ ਕੰਮ ਕੀਤਾ, ਕੋਈ OT ਲਾ ਕੇ ਕੰਮ ਕੀਤਾ, ਕੋਈ ਸੰਡੇ ਦੀ ਛੁੱਟੀ ਨਹੀਂ ਕੀਤੀ ਹੈਗੀ। ਪੂਰੀ ਦਿਨ ਰਾਤ ਮਿਹਨਤ ਕਰਕੇ ਆਪਦੇ ਆਪ ਨੂੰ ਸਕਸੈਸ ਕਰਨ ਦੀ ਕੋਸ਼ਿਸ਼ ਕੀਤੀ ਹੈ। ਬਾਕੀ ਘਰ ਦੇ ਇਹਨਾਂ ਨੇ ਵੀ ਘਰ ਦੇ ਖਰਚੇ ਚਲਾਏ ਆ, ਕੁਛ ਮਨੀ ਸੇਵ ਵੀ ਕੀਤੀ ਹੈ, ਕੰਮ ਵੀ ਕੀਤੀ ਹੈ। ਬਾਕੀ ਲੋਕ ਕਹਿ ਦਿੰਦੇ ਆ ਵੀ ਕੁੜੀਆਂ ਇਕੱਲੀਆਂ ਸੀ, ਦਾਦਾ ਹੈ, ਦਾਦੀ, ਤਾਇਆ, ਤਾਈ, ਸਾਰੇ ਇਹਨਾਂ ਦੇ ਭੈਣ ਭਰਾ ਬੱਚਿਆਂ ਦੇ ਕੋਲ ਸੀ, ਮੇਨ ਗੇਟ ਬੰਦ ਕੀਤਾ ਹੋਇਆ ਸੀਗਾ ਜੀ। ਕੋਈ ਇਹੋ ਜਿਹੀ ਕੰਮ, ਇਹੋ ਜਿਹੀ ਗੱਲ ਹੈ ਨਹੀਂ ਸੀ ਵੀ ਜਿਵੇਂ ਲੋਕੀ ਕਹਿੰਦੇ ਆ। ਸਾਡੀ ਸਾਰੀ ਦੇਖੋ ਤਾਏ ਚਾਚੇ ਸਾਰੇ, ਦਾਦਾ ਦਾਦੀ, ਉਹਦੇ ਭੈਣ ਭਰਾ ਸਾਰੇ ਕੋਲ ਹੀ ਹੁੰਦੇ ਸੀ।
ਜਗਦੇਵ ਸਿੰਘ ਤੇ ਗੁਰਬੀਰ ਸਿੰਘ ਦੇ ਪਰਿਵਾਰ ਨਾਲ ਤੁਹਾਡਾ ਕੋਈ ਕੰਮਕਾਜ ਦੇ ਤਹਿਤ ਵੀ ਕੋਈ ਸੰਬੰਧ ਸੀ, ਜਾਣ ਆਉਣ ਸੀ ਉਸ ਪਰਿਵਾਰ ਦੇ ਨਾਲ, ਕਿ ਤੁਸੀਂ ਕਦੇ ਉਹਨਾਂ ਦੇ ਨਾਲ ਗਏ ਨਹੀਂ ਜਾਂ ਕਿਤੇ ਕੰਮਕਾਰ ਨਹੀਂ ਕੀਤਾ ਜਾਂ ਉਹਨਾਂ ਨਾਲ ਕੋਈ ਮੇਲ ਮਿਲਾਪ ਕਦੇ ਵੀ ਇਸ ਤਰ੍ਹਾਂ ਦਾ? ਨਹੀਂ ਸਰ, ਐਵੇਂ ਦਾ ਤਾਂ ਕੋਈ ਨਹੀਂ ਵੀ ਆਪਣਾ ਕੀ ਹੋ ਸਕਦਾ, ਆਪਾਂ ਕਿਵੇਂ ਜਾ ਸਕਦੇ ਨੇ। ਹਾਂ ਜ਼ਰੂਰ ਹੈ ਵੀ ਇਹ ਸਾਡਾ ਥੋੜ੍ਹੀ ਕੁ ਦੇਰ ਦੁੱਧ ਜ਼ਰੂਰ ਲੱਗਿਆ ਰਿਹਾ ਸਾਡਾ, ਦੁੱਧ ਵੀ ਉਹ ਵੀ ਬੱਚਾ ਛੋਟਾ ਲੈ ਕੇ ਆਉਂਦਾ ਸੀ ਬਸ, ਹੋਰ ਤਾਂ ਕੋਈ ਨਹੀਂ ਇਹ ਜੀ ਵੀ ਆਪਣਾ ਕੋਈ ਲੈਣੇ ਦੇਣੇ ਦਾ ਜਾਂ ਕੋਈ ਜਾਣੇ ਆਉਣੇ ਦਾ ਕੋਈ ਸੰਬੰਧ ਨਹੀਂ ਸਰ। ਮਾਵਾਂ ਨੂੰ ਬੇਸ਼ੱਕ ਜਿਹੜਾ ਹੈਗਾ ਸਵਾਲ ਨਹੀਂ ਪੁੱਛਣਾ ਬਣਦਾ, ਪਰੰਤੂ ਜਿਹੜਾ ਧੀਆਂ ਦੇ ਪ੍ਰਤੀ ਮਾਵਾਂ ਬਹੁਤ ਸੁਚੇਤ ਹੁੰਦੀਆਂ, ਮਾਵਾਂ ਨੂੰ ਪਤਾ ਹੁੰਦਾ। ਕੀ ਤੁਹਾਨੂੰ ਕਦੇ ਆਪਣੇ ਬੱਚਿਆਂ 'ਤੇ ਜਿਹੜੀ ਇਸ ਵੇਲੇ ਧਾਰਨਾ ਬਣਾਈ ਜਾ ਰਹੀ ਆ ਸਮਾਜ ਵੱਲੋਂ, ਕੀ ਕਦੇ ਜਿਹੜਾ ਹੈਗਾ ਤੁਹਾਨੂੰ ਸ਼ੱਕ ਜਾਂ ਕਿਸੇ ਕਿਸਮ ਦਾ ਤੁਹਾਨੂੰ ਕਲੂ ਮਿਲਿਆ ਹੋਵੇ ਵੀ ਗੁਰਬੀਰ ਸਿੰਘ ਕਿਤੇ ਸਾਡੇ ਆਉਂਦਾ ਜਾਂ ਸਾਡੀਆਂ ਬੱਚੀਆਂ ਦਾ ਨਾਲ ਉਹਨਾਂ ਦੇ ਨਾਲ ਕਿਸੇ ਕਿਸਮ ਦਾ ਕੋਈ ਸੰਬੰਧ ਆ? ਨਹੀਂ ਸਰ, ਦੇਖੋ ਮੇਰੇ ਬੱਚੇ ਐਜ ਏ ਮੈਂ ਮਦਰ ਦੀ ਤਰ੍ਹਾਂ ਵੀ ਡੀਲ ਕੀਤਾ ਹੈ ਨਾ, ਫਰੈਂਡ ਦੀ ਤਰ੍ਹਾਂ ਵੀ, ਹਰ ਇੱਕ ਗੱਲ ਉਹਨਾਂ ਨੇ ਜੋ ਵੀ ਹੁੰਦਾ ਵੀ ਆ ਕੇ ਦੱਸਣੀ। ਮੁੰਡਿਆਂ ਵਰਗੀਆਂ ਸੀ, ਇਹ ਜੀ ਕੋਈ ਗੱਲਬਾਤ ਨਹੀਂ ਹੁੰਦੀ ਸੀ। ਉਹ ਵੀ ਜੇ ਕੋਈ ਗੱਲ ਕਰਨੀ, ਮੰਮੀ ਕੋਈ ਕੁੜੀਆਂ ਆਏ ਆ ਜੇ ਉਹਨੇ ਆ ਕੇ ਉਹੀ ਗੱਲ ਕਰ ਲੈਣੀ, ਪਰ ਇਹ ਜੀ ਮੇਰੇ ਬੱਚੇ ਹੈ ਨਹੀਂ ਸੀ, ਮੈਂ ਮੁੰਡਿਆਂ ਵਾਂਗੂ ਪਾਲੀ ਸੀ ਜੀ, ਮੁੰਡਿਆਂ ਵਾਂਗੂ ਹੀ ਰਹਿੰਦੇ ਸੀ ਬੱਚੇ ਮੇਰੇ। ਇਹ ਜੀ ਨਹੀਂ ਕੋਈ ਗੱਲਬਾਤ ਸੁਣੀ ਅਤੇ ਨਾ ਕੋਈ ਮੈਨੂੰ ਡਾਊਟ ਵਗੈਰਾ ਕਿਤੇ ਹੋਏ ਵੀ ਮੇਰੇ ਬੱਚੇ ਗਲਤ ਨਹੀਂ, ਇਹ ਜੀ ਕੋਈ ਗੱਲ ਹੈ ਨਹੀਂ ਸੀ। ਪ੍ਰਸ਼ਾਸਨ ਦੀ ਕਾਰਵਾਈ 'ਤੇ ਤੁਸੀਂ ਸੰਤੁਸ਼ਟ ਹੋ ਕਿ ਜਿਹੜਾ ਤੁਹਾਨੂੰ ਲੱਗਦਾ ਵੀ ਜਿਹੜਾ ਹਜੇ ਵੀ ਜਿਹੜੀਆਂ ਕਾਰਵਾਈਆਂ ਕਰਨੀਆਂ ਚਾਹੀਦੀਆਂ ਸੀ ਪ੍ਰਸ਼ਾਸਨ ਨੂੰ ਉਹਨਾਂ ਨੇ ਨਹੀਂ ਕੀਤੀਆਂ? ਨਹੀਂ, ਪ੍ਰਸ਼ਾਸਨ ਵੱਲੋਂ ਅਸੀਂ ਸੰਤੁਸ਼ਟ ਹਾਂ ਸਰ, ਸੈਟਿਸਫਾਈਡ ਹਾਂ, ਕਿਉਂਕਿ ਜੋ ਬਣਦੀ ਮਦਦ ਹੈ ਜਿਹੜੀ ਸਾਡੇ ਨਾਲ ਖੜੇ ਆ, ਜੋ ਭੈਣ ਭਾਈ ਆ ਜਾਂ ਪ੍ਰਸ਼ਾਸਨ ਦੇ ਜੋ ਵੀ ਅਧਿਕਾਰੀ ਹੈ ਸਾਡੇ ਨਾਲ ਵਧੀਆ ਹੈਲਪ ਕਰੀ ਜਾਂਦੇ ਸਾਡੇ ਨਾਲ। ਠੀਕ ਹੈ, ਸਭ ਤੋਂ ਵੱਡਾ ਬਈ ਸਾਡਾ ਮੰਗਾ ਹੈ, ਸਟਾਰਟਿੰਗ ਤੋਂ ਸਾਡੇ ਨਾਲ ਖੜਾ ਹੈ ਜੀ, ਇਹ ਨਾ ਹੁੰਦੇ ਅਸੀਂ ਇੰਨੀ ਦੇ ਦੂਰ ਤੱਕ ਸਾਡੀ ਅਪੀਲ ਨਹੀਂ ਜਾਣੀ ਸੀ, ਪ੍ਰਸ਼ਾਸਨ ਦੇ ਨਾਲ ਸਾਡੀ ਇੰਨੀ ਮਦਦ ਨਹੀਂ, ਸਾਡੇ ਨਾਲ ਬਹੁਤ ਸਾਰਿਆਂ ਨੇ ਬਹੁਤ ਜ਼ਿਆਦਾ ਮਦਦ ਕੀਤੀ ਹੈ ਜੀ ਸਾਡੀ। ਅਸੀਂ ਸੰਤੁਸ਼ਟ ਹਾਂ ਵੀ ਹਾਂ ਸਾਡੇ ਨਾਲ ਸਾਨੂੰ ਸਾਰਿਆਂ ਨੇ ਹੈਲਪ ਕੀਤੀ ਹੈ ਜੀ। ਦੋਸਤੋ, ਸੁਰਜੀਤ ਕੌਰ ਜੀ ਨੇ ਆਪਣੇ ਜਿਹੜੇ ਹੈਗੇ ਆ ਭਰੇ ਮਨ ਦੇ ਨਾਲ ਉਹ ਗੱਲਾਂ ਵੀ ਸਾਂਝੀਆਂ ਕੀਤੀਆਂ, ਕਿਉਂਕਿ ਇਸ ਵੇਲੇ ਮੀਡੀਆ ਦੀ ਕਾਰਵਾਈ 'ਤੇ ਜਿਹੜਾ ਸਵਾਲ ਉੱਠ ਰਹੇ ਸੀਗੇ। ਸਾਡਾ ਜਿਹੜਾ ਇਸ ਪਰਿਵਾਰ ਦੇ ਨਾਲ ਬਰੀਕੀ ਦੇ ਨਾਲ ਜਾਂ ਜਿਹੜਾ ਡੂੰਘਾਈ ਦੇ ਨਾਲ ਗੱਲਬਾਤ ਇਸ ਕਰਕੇ ਵੀ ਬਣਦੀ ਸੀ ਕਿਉਂਕਿ ਹਰ ਇੱਕ ਬੰਦੇ ਨੂੰ ਆਪਣੀ ਬਣਦੀ ਜ਼ਿੰਮੇਵਾਰੀ ਨਿਭਾਉਣ ਦੀ ਲੋੜ ਆ। ਪਰਿਵਾਰ ਕਦੋਂ ਮਲੇਸ਼ੀਆ ਦੇ ਵਿੱਚ ਗਿਆ, ਪਿਤਾ ਕਿਵੇਂ ਕੰਮ ਕਰਦਾ ਸੀ ਅਤੇ ਬੱਚੇ ਕਿਵੇਂ ਪੜ੍ਹਾਈ ਦੇ ਨਾਲ ਆਪਣੀ ਜ਼ਿੰਦਗੀ ਨੂੰ ਸੰਵਾਰਦੇ ਸੀ। ਬੇਸ਼ੱਕ ਲੋਕ ਜਿਸ ਤਰ੍ਹਾਂ ਦੀਆਂ ਧਾਰਨਾਵਾਂ ਮਰਜ਼ੀ ਬਣਾਉਣ, ਉਹਦੇ 'ਚ ਮੰਨ ਲਓ ਵੀ ਇੱਕਾ ਦੁੱਕਾ ਸੱਚਾਈ ਵੀ ਹੋਵੇ, ਪਰੰਤੂ ਕਿਸੇ ਔਰਤ, ਕਿਸੇ ਮਰਦ ਜਾਣੀ ਕਿ ਕਿਸੇ ਇਨਸਾਨ ਨੂੰ ਗੋਲੀ ਮਾਰਨ ਦੀ ਮਾਨਸਿਕਤਾ ਇੱਕ ਕ੍ਰਿਮੀਨਲ ਦੀ ਹੀ ਹੋ ਸਕਦੀ ਹੈ। ਪਰਿਵਾਰ ਇਨਸਾਫ ਦੀ ਮੰਗ ਕਰਦਾ ਅਤੇ ਪ੍ਰਸ਼ਾਸਨ ਆਪਣੀ ਪੂਰੀ ਬਾਹਰ ਆ ਰਿਹਾ। ਮੀਡੀਆ ਤੌਰ 'ਤੇ ਵੀ ਅਸੀਂ ਅਪੀਲ ਕਰਾਂਗੇ ਵੀ ਕਦੇ ਵੀ ਕਿਸੇ ਕਿਸਮ ਦੀ ਜਿਹੜੀ ਆ ਅਫਵਾਹ ਫੈਲਾਉਣ ਦੇ ਨਾਲੋਂ ਉਸ ਸੱਚਾਈ ਨੂੰ ਪੇਸ਼ ਕਰਨਾ ਸਾਡੀ ਡਿਊਟੀ ਬਣਦੀ ਆ। ਜਿਵੇਂ ਕ੍ਰਾਈਮ ਫਾਈਟਰ ਆਪਣੀ ਇਸ ਡਿਊਟੀ ਨੂੰ ਪੂਰੀ ਜ਼ਿੰਮੇਵਾਰੀ ਦੇ ਨਾਲ ਨਿਭਾਉਣ ਦੀ ਕੋਸ਼ਿਸ਼ ਕਰਦਾ। ਸਾਡੇ ਵੱਲੋਂ ਕੀਤੀ ਗਈ ਗੱਲਬਾਤ ਤੁਹਾਨੂੰ ਕਿਸ ਤਰ੍ਹਾਂ ਦੀ ਲੱਗੀ ਅਤੇ ਤੁਹਾਨੂੰ ਇਸ ਸੱਚਾਈ ਦੇ ਨਾਲ ਅਸੀਂ ਰੂਬਰੂ ਕਰਨ ਦੀ ਕੋਸ਼ਿਸ਼ ਕੀਤੀ ਹੈ, ਇਹ ਤੁਹਾਨੂੰ ਕਿਸ ਤਰ੍ਹਾਂ ਲੱਗੀ ਆਪਣੇ ਕਮੈਂਟਾਂ ਦੇ ਵਿੱਚ ਲਿਖਣਾ ਨਾ ਭੁੱਲਿਓ। ਅਤੇ ਪਰਿਵਾਰ ਦੇ ਨਾਲ ਹਮਦਰਦੀ ਤਹਿਤ ਤੁਸੀਂ ਮਿਲ ਕੇ ਵੀ ਗੱਲਬਾਤ ਕਰ ਸਕਦੇ ਆ, ਕਿਉਂਕਿ ਬਹੁਤ ਸਾਰੇ ਸਵਾਲ ਜਿਹੜੇ ਹੈਗੇ ਆ ਪਿਛਲੇ ਦਿਨਾਂ 'ਚ ਖੜ੍ਹੇ ਹੋ ਗਏ, ਉਹਨਾਂ ਦਾ ਜਵਾਬ ਲੈਣ ਲਈ ਸਾਨੂੰ ਜ਼ਮੀਰ ਨੂੰ ਜਗਾਉਣਾ ਲਾਜ਼ਮੀ ਹੋ ਜਾਂਦਾ। ਕ੍ਰਾਈਮ ਫਾਈਟਰ ਦੇ ਲਈ ਰੇਸ਼ਮ ਸਿੰਘ ਮਾਣੂਕੇ ਦੇ ਨਾਲ ਨਿਰਮਲ ਕਲਿਆਣ, ਸੇਖਾ ਖੁਰਦ।